ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕੁਝ ਅਪਡੇਟਸ ਲੈ ਕੇ ਮੈਂ ਵਰੁਣ ਕੌਰ ਮਾਨ ਹਾਜ਼ਰ ਹਾਂ। ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਟੈਕਸਾਸ 'ਚ ਪਿਛਲੇ ਦਿਨੀ ਸਰਹੱਦ ਪਾਰ ਕਰਦਿਆਂ 18 ਲੋਕਾਂ ਦੀ ਮੌਤ, 2 ਲਾਪਤਾ। ਅਮਰੀਕਾ 'ਚ 46,000 ਤੋਂ ਵੱਧ ਪ੍ਰਵਾਸੀ ਨਾਗਰਿਕ ਗ੍ਰਿਫਤਾਰ। ਦਿੱਲੀ 에ਅਰਪੋਰਟ ਤੇ 1,000 ਫਲਾਈਟਾਂ ਹੋ ਸਕਦੀਆਂ ਨੇ ਰੱਦ। ਕੇਂਦਰੀ ਮੰਤਰੀ ਦੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਨ ਦੇ ਫੈਸਲੇ ਦਾ ਕਿਊਬੈਕ ਵੱਲੋਂ ਵਿਰੋਧ। ਫਰਾਂਸ ਅੰਬੈਸੀ ਵੀਜ਼ਾ ਧੋਖਾਧੜੀ ਮਾਮਲੇ 'ਚ ਵੱਡੀ ਕਾਰਵਾਈ। ਟਰੈਵਲ ਏਜੰਟ ਦੇ ਬੈਂਕ ਲੋਕਰ ਦੀ ਤਲਾਸ਼ੀ ਨੇ ਉਡਾਏ ਹੋਸ਼। ਕੈਨੇਡਾ ਦੇ ਹਵਾਈ ਅੱਡਿਆਂ ਤੇ ਲੱਗਣ ਲੱਗੇ ਸ਼ਰਨਾਰਥੀਆਂ ਦੇ ਮੇਲੇ। ਯੂਕੇ ਐਫਟੀਏ ਦੇ ਹਿੱਸੇ ਵਜੋਂ ਭਾਰਤੀਆਂ ਲਈ ਵਰਕ ਵੀਜ਼ਾ ਨਿਯਮਾਂ ਦੇ ਵਿੱਚ ਢਿੱਲ ਦੇ ਸਕਦਾ ਹੈ। ਕੈਨੇਡਾ ਵੱਲੋਂ ਵਿਦੇਸ਼ੀ ਕਾਮੇ ਸੱਦਣ ਦੇ ਲਈ ਨਵੇਂ ਇਮੀਗ੍ਰੇਸ਼ਨ ਪ੍ਰੋਗਰਾਮ ਦਾ ਐਲਾਨ। ਤੁਸੀਂ ਦੇਖ ਰਹੇ ਹੋ ਇਮੀਗ੍ਰੇਸ਼ਨ ਦੀਆਂ ਕੁਝ ਅਪਡੇਟਸ ਜੋ ਇਸ ਹਫਤੇ ਤੇ ਪਿਛਲੇ ਹਫਤੇ ਤੋਂ ਲਈਆਂ ਗਈਆਂ ਨੇ। ਮੈਕਸੀਕੋ ਦਾ ਬਾਰਡਰ ਪਾਰ ਕਰਦਿਆਂ ਬਹੁਤ ਸਾਰੇ ਲੋਕ ਰਸਤੇ ਵਿੱਚ ਮਰ ਜਾਂਦੇ ਨੇ। ਟੈਕਸਾਸ ਸਰਹੱਦ ਦੇ ਨਜ਼ਦੀਕ ਰੇਗਿਸਤਾਨ ਵਿੱਚ ਪਿਛਲੇ ਦਿਨੀ ਇੱਕ ਵਾਰ ਫਿਰ ਅਮਰੀਕਾ ਦੀ ਸਰਹੱਦ ਪਾਰ ਕਰਦਿਆਂ ਕੁਝ ਲੋਕਾਂ ਦੇ ਮਾਰੇ ਜਾਣ ਦੀ ਖਬਰ ਮਿਲੀ ਸੀ। ਮੈਕਸੀਕੋ ਦੀ ਨੈਸ਼ਨਲ ਮਾਈਗ੍ਰੇਸ਼ਨ ਇੰਸਟੀਚਿਊਟ ਨੇ ਇਹ ਦੱਸਿਆ ਸੀਗਾ ਪਿਛਲੇ ਵੀਰਵਾਰ ਕਿ ਪਿਛਲੇ ਦਿਨੀ ਮਨੁੱਖੀ ਤਸਕਰਾਂ ਦਾ ਇੱਕ ਗਰੁੱਪ ਉੱਥੋਂ ਤੁਰਿਆ, ਪਰ ਕੁਝ ਲੋਕ ਰਸਤੇ 'ਚ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਜ਼ਮੀਨੀ ਅਤੇ ਹਵਾ ਦੁਆਰਾ ਵੱਖ-ਵੱਖ ਥਾਵਾਂ ਦੀ ਖੋਜ ਕੀਤੀ ਗਈ। 2 ਲਾਸ਼ਾਂ ਮਿਲੀਆਂ ਸੀ। ਬਾਜਾ ਨਾਰਕੋ ਸ਼ਮਸ਼ਾਨ ਘਾਟ ਵਿੱਚ 18 ਮ੍ਰਿਤਕ ਦੇਹਾਂ ਪਹੁੰਚਣ ਦਾ ਸਮਾਚਾਰ ਵੀ ਮਿਲਿਆ ਸੀ। ਰੇਗਿਸਤਾਨ ਇਲਾਕੇ ਵਿੱਚ ਗਰਮੀ ਜ਼ਿਆਦਾ ਹੋਣ ਕਾਰਨ ਰਸਤਿਆਂ 'ਚ ਪਾਣੀ ਤੱਕ ਵੀ ਪੀਣ ਨੂੰ ਨਹੀਂ ਮਿਲਦਾ, ਜਿਸ ਕਰਕੇ ਬਹੁਤ ਸਾਰੇ ਲੋਕ ਰਸਤੇ ਵਿੱਚ ਹੀ ਦਮ ਤੋੜ ਜਾਂਦੇ ਨੇ। ਅਮਰੀਕਾ ਵੱਲੋਂ ਵਿੱਤੀ ਸਾਲ 2022 ਵਿੱਚ ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਤੇ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਵੱਲੋਂ ਸਾਂਝੇ ਤੌਰ ਤੇ 46,396 ਪ੍ਰਵਾਸੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਤੇ 21,531 ਅਪਰਾਧਾਂ ਸਮੇਤ 1,98,498 ਦੋਸ਼ ਸੀ। ਇਨ੍ਹਾਂ ਵਿੱਚ 8,164 ਸੈਕਸ ਅਤੇ ਜਿਨਸੀ ਸ਼ੋਸ਼ਣ ਦੇ ਅਪਰਾਧ, 5,554 ਹਥਿਆਰਾਂ ਨਾਲ ਸੰਬੰਧਿਤ ਅਪਰਾਧ, 1,501 ਕਤਲ ਸੰਬੰਧਿਤ ਅਪਰਾਧ ਅਤੇ 1,114 ਅਗਵਾ ਦੇ ਜੁਰਮਾਂ ਨਾਲ ਸੰਬੰਧਿਤ ਸੀ। ਆਈਸੀਈ ਦੇ 3 ਸੰਚਾਲਨ ਡਾਇਰੈਕਟੋਰੇਟਾਂ ਵਿੱਚੋਂ ਇੱਕ ਹੋਣ ਦੇ ਨਾਤੇ ਈਆਰਓ ਘਰੇਲੂ ਇਮੀਗ੍ਰੇਸ਼ਨ ਲਾਗੂ ਕਰਨ ਦੇ ਲਈ ਪ੍ਰਮੁੱਖ ਸੰਘੀ ਕਾਨੂੰਨ ਲਾਗੂ ਕਰਨ ਵਾਲੀ ਅਥਾਰਟੀ ਹੈ। ਈਆਰਓ ਦਾ ਮਿਸ਼ਨ ਅਮਰੀਕੀ ਭਾਈਚਾਰਿਆਂ ਦੀ ਸੁਰੱਖਿਆ ਅਤੇ ਯੂਐਸ ਇਮੀਗ੍ਰੇਸ਼ਨ ਕਾਨੂੰਨਾਂ ਦੀ ਅਖੰਡਤਾ ਨੂੰ ਕਮਜ਼ੋਰ ਕਰਨ ਵਾਲੇ ਲੋਕਾਂ ਦੀ ਗ੍ਰਿਫਤਾਰੀ ਅਤੇ ਹਟਾਉਣ ਦੁਆਰਾ ਵਤਨ ਦੀ ਰੱਖਿਆ ਕਰਨਾ ਹੈ। ਇਹ ਏਜੰਸੀਆਂ ਗੈਰ ਨਾਗਰਿਕਾਂ ਤੇ ਤਿੱਖੀ ਨਜ਼ਰ ਰੱਖਦੀ ਹੈ। ਈਆਰਓ ਦੇ ਕਰਮਚਾਰੀਆਂ ਦੇ ਵਿੱਚ 7,700 ਤੋਂ ਵੱਧ ਕਾਨੂੰਨ ਲਾਗੂ ਕਰਨ ਵਾਲੇ ਅਤੇ ਗੈਰ ਕਾਨੂੰਨ ਲਾਗੂ ਕਰਨ ਵਾਲੇ ਸਹਾਇਤਾ ਕਰਮਚਾਰੀ, 25 ਘਰੇਲੂ ਫੀਲਡ ਦਫ਼ਤਰਾਂ ਤੇ ਦੇਸ਼ ਭਰ ਵਿੱਚ 208 ਸਥਾਨਾਂ, 30 ਵਿਦੇਸ਼ੀ ਪੋਸਟਿੰਗਾਂ ਤੇ ਸਰਹੱਦ ਦੇ ਨਾਲ ਕਈ ਅਸਥਾਈ ਡਿਊਟੀ ਯਾਤਰਾ ਅਸਾਈਨਮੈਂਟਾਂ 'ਚ ਸ਼ਾਮਲ ਨੇ। ਡਿਪੋਰਟ ਕਰਨ ਦੀ ਕਾਰਵਾਈ ਵਿੱਚ ਰੱਖੇ ਗਏ ਗੈਰ ਨਾਗਰਿਕਾਂ ਨੂੰ ਇਮੀਗ੍ਰੇਸ਼ਨ ਅਦਾਲਤਾਂ ਦੇ ਵਿੱਚ ਸੰਘੀ ਇਮੀਗ੍ਰੇਸ਼ਨ ਜੱਜਾਂ ਤੋਂ ਉਹਨਾਂ ਦੀ ਕਾਨੂੰਨੀ ਬਣਦੀ ਪ੍ਰਕਿਰਿਆ ਪ੍ਰਾਪਤ ਹੁੰਦੀ ਹੈ, ਜੋ ਕਿ ਨਿਆਂ ਵਿਭਾਗ ਦੇ ਅੰਦਰ ਅਨਾਟ ਦੁਆਰਾ ਨਿਯੰਤਰਿਤ ਕੀਤੀ ਜਾਂਦੀ ਹੈ। ਅਨਾਟ ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਤੇ ਆਈਸੀਈ ਤੋਂ ਵੱਖਰੀ ਇਕਾਈ ਹੈ। ਇਹਨਾਂ ਅਦਾਲਤਾਂ ਵਿੱਚ ਇਮੀਗ੍ਰੇਸ਼ਨ ਜੱਜ ਹਰੇਕ ਵਿਅਕਤੀਗਤ ਕੇਸ ਦੇ ਗੁਣਾਂ ਦੇ ਆਧਾਰ ਤੇ ਫੈਸਲਾ ਲੈਂਦੇ ਨੇ, ਇਹ ਨਿਰਧਾਰਿਤ ਕਰਦੇ ਹੋਏ ਕਿ ਕੋਈ ਗੈਰ ਨਾਗਰਿਕ ਨੂੰ ਹਟਾਉਣ ਦੇ ਅੰਤਮ ਆਦੇਸ਼ ਦੇ ਅਧੀਨ ਹੈ ਜਾਂ ਹਟਾਉਣ ਤੋਂ ਰਾਹਤ ਦੇ ਕੁਝ ਰੂਪਾਂ ਲਈ ਯੋਗ ਹੈ। ਇੱਕ ਵਾਰ ਜਦੋਂ ਇੱਕ ਗੈਰ ਨਾਗਰਿਕ ਨੂੰ ਕਿਸੇ ਇਮੀਗ੍ਰੇਸ਼ਨ ਜੱਜ ਜਾਂ ਹੋਰ ਕਾਨੂੰਨੀ ਤਰੀਕਿਆਂ ਦੁਆਰਾ ਜਾਰੀ ਕੀਤੇ ਹਟਾਉਣ ਦੇ ਅੰਤਮ ਆਦੇਸ਼ ਦੇ ਅਧੀਨ ਹੋ ਜਾਂਦਾ ਹੈ ਤਾਂ ਆਈਸੀਈ ਅਧਿਕਾਰੀ ਹਟਾਉਣ ਨੂੰ ਪੂਰਾ ਕਰ ਸਕਦੇ ਨੇ। ਆਈਸੀਈ ਅਧਿਕਾਰੀ ਇੱਕ ਪੇਸ਼ੇਵਰ ਅਤੇ ਜ਼ਿੰਮੇਵਾਰ ਤਰੀਕੇ ਨਾਲ ਕੇਸ ਦਰ ਕੇਸ ਦੇ ਆਧਾਰ ਤੇ ਲਾਗੂ ਕਰਨ ਦੇ ਫੈਸਲੇ ਲੈਂਦੇ ਨੇ। ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੇ ਤੌਰ ਤੇ ਉਹਨਾਂ ਦੇ ਤਜਰਬੇ ਦੁਆਰਾ ਸੂਚਿਤ ਕੀਤਾ ਜਾਂਦਾ ਹੈ ਅਤੇ ਇਸ ਤਰੀਕੇ ਨਾਲ ਕਿ ਦੇਸ਼ ਲਈ ਸਭ ਤੋਂ ਵੱਡੇ ਖਤਰਿਆਂ ਤੋਂ ਸਭ ਤੋਂ ਵਧੀਆ ਰੱਖਿਆ ਕਰਦਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ G20 ਸੰਮੇਲਨ ਤੋਂ ਪਹਿਲਾਂ ਹਜ਼ਾਰਾਂ ਤੋਂ ਵੱਧ ਉਡਾਣਾਂ ਜਾਂ ਤਾਂ ਰੱਦ ਕੀਤੀਆਂ ਜਾ ਸਕਦੀਆਂ ਨੇ ਜਾਂ ਉਹਨਾਂ ਦੇ ਕਾਰਜਕ੍ਰਮ ਦੇ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ। ਇਹ ਖਬਰ ਇਮੀਗ੍ਰੇਸ਼ਨ ਅਪਡੇਟ ਦੇ ਵਿੱਚ ਤਾਂ ਦੱਸ ਰਹੇ ਹਾਂ ਕਿਉਂਕਿ ਸਾਡੇ ਬਹੁਤ ਸਾਰੇ ਪੰਜਾਬੀਆਂ ਨੇ ਜਾਂ ਤਾਂ ਵਿਦੇਸ਼ ਦੀ ਯਾਤਰਾ ਕਰਨੀ ਹੁੰਦੀ ਹੈ ਤੇ ਜਾਂ ਫਿਰ ਵਿਦੇਸ਼ ਤੋਂ
ਭਾਰਤ ਵਾਪਸ ਆਉਣਾ ਹੁੰਦਾ ਹੈ ਦਿੱਲੀ 에ਅਰਪੋਰਟ ਦੇ ਜ਼ਰੀਏ। ਕੇਂਦਰ ਸਰਕਾਰ ਨੇ ਸਤੰਬਰ ਦੇ ਵਿੱਚ ਸ਼ਹਿਰ ਵਿੱਚ ਹੋਣ ਵਾਲੀ G20 ਸੰਮੇਲਨ ਦੌਰਾਨ 에ਅਰਲਾਈਨਸ ਨੂੰ ਫ੍ਰੀਕੁਐਂਸੀ ਵਿੱਚ 1/4 ਤੱਕ ਕਟੌਤੀ ਕਰਨ ਦਾ ਨਿਰਦੇਸ਼ ਦਿੱਤਾ। ਈਟੀਏ ਦੇ ਮੁਤਾਬਕ ਇਹ ਆਦੇਸ਼ ਦਿੱਲੀ 에ਅਰਪੋਰਟ ਤੇ ਪਾਰਕਿੰਗ ਦੀ ਕਮੀ ਕਾਰਨ ਆਇਆ। ਇਸ ਤੋਂ ਇਲਾਵਾ ਸਰਕਾਰ ਨੇ ਸੰਮੇਲਨ ਦੇ ਮੱਦੇਨਜ਼ਰ 에ਅਰਲਾਈਨਾਂ ਨੂੰ ਆਪਣੇ ਕੁਝ ਜਹਾਜ਼ਾਂ ਨੂੰ ਦੂਜੇ ਸ਼ਹਿਰਾਂ ਦੇ ਹਵਾਈ ਅੱਡਿਆਂ ਤੇ ਟ੍ਰਾਂਸਫਰ ਕਰਨ ਦੇ ਲਈ ਕਿਹਾ। ਦੱਸ ਦਈਏ ਕਿ G20 ਸੰਮੇਲਨ 9 ਸਤੰਬਰ ਤੋਂ ਦਿੱਲੀ 'ਚ ਹੋਏਗਾ। ਇਸ ਦੌਰਾਨ 에ਅਰਲਾਈਨ ਅਧਿਕਾਰੀਆਂ ਨੇ ਦੇਸ਼ ਵਿਆਪੀ ਨੈਟਵਰਕ ਤੇ ਪ੍ਰਭਾਵ ਦੀ ਚੇਤਾਵਨੀ ਦਿੱਤੀ, ਜਿਸ ਨਾਲ ਉਡਾਣਾਂ ਰੱਦ ਹੋ ਸਕਦੀਆਂ ਨੇ ਕਿਉਂਕਿ ਦਿੱਲੀ ਭਾਰਤ ਦਾ ਪ੍ਰਾਇਮਰੀ ਹਵਾਈ ਅੱਡਾ ਹੈ। G20 ਸੰਮੇਲਨ ਦੇ ਲਈ 50 ਤੋਂ ਵੱਧ ਜਹਾਜ਼ ਦਿੱਲੀ ਲਈ ਉਡਾਣ ਭਰਨਗੇ, ਜਿਸ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਸ਼ਾਮਲ ਹੋਰ ਵੀ ਕਈ ਲੋਕ ਸ਼ਾਮਲ ਹੋਣਗੇ। ਭਾਰਤ ਦੇ ਸਭ ਤੋਂ ਵੱਡੇ ਹਵਾਈ ਅੱਡੇ 'ਚ ਲਗਭਗ 220 ਪਾਰਕਿੰਗ ਸਟੈਂਡ ਨੇ ਅਤੇ ਹਵਾਈ ਆਵਾਜਾਈ 'ਚ ਵਾਧਾ ਹੋਣ ਕਾਰਨ ਸਾਰੇ ਭਰੇ ਹੋਏ ਨੇ। ਕੇਂਦਰੀ ਰਿਹਾਇਸ਼ ਮੰਤਰੀ ਵੱਲੋਂ ਕੈਨੇਡਾ 'ਚ ਰਿਹਾਇਸ਼ੀ ਸੰਕਟ ਦੇ ਲਈ ਕੌਮਾਂਤਰੀ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਠਹਿਰਾਉਣ ਅਤੇ ਉਹਨਾਂ ਦੀ ਗਿਣਤੀ ਨੂੰ ਸੀਮਤ ਕਰਨ ਦੇ ਫੈਸਲੇ ਦੀ ਕਿਊਬੈਕ ਦੀਆਂ ਯੂਨੀਵਰਸਿਟੀਆਂ ਦੇ ਵੱਲੋਂ ਨਿਖੇਧੀ ਕੀਤੀ ਗਈ। ਇੱਥੋਂ ਦੀਆਂ ਯੂਨੀਵਰਸਿਟੀਆਂ ਦੇ ਪ੍ਰਸ਼ਾਸਕਾਂ, ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਦੇ ਨਾਲ ਰਿਹਾਇਸ਼ ਦੀ ਕਮੀ ਨੂੰ ਦੂਰ ਕਰਨ 'ਚ ਕੋਈ ਮਦਦ ਨਹੀਂ ਮਿਲੇਗੀ ਅਤੇ ਇਸ ਦੀ ਬਜਾਏ ਯੂਨੀਵਰਸਿਟੀਆਂ ਖੋਜ ਨੂੰ ਨੁਕਸਾਨ ਪਹੁੰਚੇਗਾ ਅਤੇ ਕਿਊਬੈਕ ਕੁਸ਼ਲ ਪ੍ਰਵਾਸੀਆਂ ਤੋਂ ਵਾਂਝਾ ਹੋ ਜਾਏਗਾ। ਮੌਂਟਰੀਅਲ ਯੂਨੀਵਰਸਿਟੀ ਦੇ ਰੈਕਟਰ ਡੈਨੀਅਲ ਦਾ ਕਹਿਣਾ ਹੈ ਕਿ ਕੈਨੇਡਾ ਦਾ ਰਿਹਾਇਸ਼ੀ ਸੰਕਟ ਦੇਸ਼ 'ਚ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਚ ਵਾਧੇ ਦਾ ਨਤੀਜਾ ਨਹੀਂ ਹੈ। ਜੁਟਰਾਸ ਨੇ ਕਿਹਾ ਹੈ ਕਿ ਰਿਹਾਇਸ਼ ਸਮੱਸਿਆ ਅਸਲ ਹੈ, ਸਮੱਸਿਆ ਗੰਭੀਰ ਹੈ, ਪਰ ਇੱਕ ਅਜਿਹੀ ਸਮੱਸਿਆ ਹੈ ਜਿਹੜੀ ਪਿਛਲੇ 2 ਦਹਾਕਿਆਂ ਦੇ ਢਾਂਚਾਗਤ ਮੁੱਦਿਆਂ ਦੇ ਸਿੱਟੇ ਵਜੋਂ ਵਿਕਸਿਤ ਹੋ ਰਹੀ ਹੈ, ਜੋ ਮੈਨੂੰ ਲੱਗਦਾ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਦੀ ਆਮਦ ਨਾਲ ਸਿੱਧੇ ਤੌਰ ਤੇ ਸੰਬੰਧਿਤ ਨਹੀਂ ਹੈ। ਜ਼ਿਕਰਯੋਗ ਹੈ ਕਿ ਬੀਤੇ ਸੋਮਵਾਰ ਨੂੰ ਕੇਂਦਰੀ ਰਿਹਾਇਸ਼ ਮੰਤਰੀ ਫਰੇਜ਼ਰ ਨੇ ਸੁਝਾਅ ਦਿੱਤਾ ਸੀਗਾ ਕਿ ਹਾਲ ਹੀ ਦੇ 2 ਸਾਲਾਂ 'ਚ ਕੈਨੇਡਾ ਪੜ੍ਹਨ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਚ ਵਿਸਫੋਟਕ ਵਾਧਾ ਹੋਇਆ ਅਤੇ ਇਸ ਵਾਧੇ ਨੂੰ ਸੀਮਿਤ ਕਰਨਾ ਰਿਹਾਇਸ਼ ਦੀ ਮੰਗ ਨੂੰ ਘਟਾਉਣ ਦਾ ਹੀ ਇੱਕ ਬਦਲ ਹੈ। ਸਾਲ 2022 'ਚ ਫੈਡਰਲ ਸਰਕਾਰ ਵੱਲੋਂ 5,40,000 ਤੋਂ ਵੱਧ ਨਵੇਂ ਕੌਮਾਂਤਰੀ ਸਟੱਡੀ ਪਰਮਿਟ ਜਾਰੀ ਕੀਤੇ ਗਏ ਸੀ, ਜਿਹੜਾ ਕਿ 2021 ਤੋਂ 24% ਵਧੇਰੇ ਹੈ। ਫਰੇਜ਼ਰ ਦਾ ਕਹਿਣਾ ਹੈ ਕਿ ਓਟਾਵਾ ਆਵਾਸ ਦਬਾਅ ਨੂੰ ਘਟਾਉਣ ਦੇ ਲਈ ਕੌਮਾਂਤਰੀ ਵਿਦਿਆਰਥੀ ਯਾਨੀ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਘਟਾਉਣ ਤੇ ਵਿਚਾਰ ਕਰ ਰਿਹਾ ਹੈ। ਕਿਊਬੈਕ ਦੇ ਪ੍ਰੀਮੀਅਰ ਅਤੇ ਹੋਰਨਾਂ ਮੰਤਰੀ ਨੇ ਓਟਾਵਾ ਨੂੰ ਯਾਦ ਦਿਵਾਉਂਦਿਆਂ ਇਸ ਵਿਚਾਰ ਨੂੰ ਤੇਜ਼ੀ ਨਾਲ ਖਾਰਜ ਕਰ ਦਿੱਤਾ ਕਿ ਸਿੱਖਿਆ ਇੱਕ ਸੂਬਾਈ ਅਧਿਕਾਰ ਖੇਤਰ ਹੈ। ਯੂਟਰਾਸ ਨੇ ਕਿਹਾ ਕਿ ਮੌਂਟਰੀਅਲ ਯੂਨੀਵਰਸਿਟੀ ਦੇ ਲਗਭਗ 42,000 ਵਿਦਿਆਰਥੀਆਂ 'ਚ ਲਗਭਗ 6,000 ਕੌਮਾਂਤਰੀ ਨੇ। ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਗਿਣਤੀ ਸ਼ਹਿਰ ਦੇ ਆਵਾਸ ਬਾਜ਼ਾਰ ਨੂੰ ਪ੍ਰਭਾਵਿਤ ਕਰਨ ਦੇ ਲਈ ਕਾਫੀ ਹੈ। ਉਹਨਾਂ ਨੇ ਅੱਗੇ ਕਿਹਾ ਕੈਨੇਡਾ 'ਚ ਉਹਨਾਂ ਦੀ ਹਾਜ਼ਰੀ ਅਤੇ ਉਹਨਾਂ ਦੇ ਯੋਗਦਾਨ ਦੇ ਮਹੱਤਵ ਨੂੰ ਦੇਖਦਿਆਂ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ 'ਚ ਕਟੌਤੀ ਕਰਨਾ ਚੰਗਾ ਵਿਚਾਰ ਨਹੀਂ ਹੈ। ਜੁਟਰਾਸ ਨੇ ਕਿਹਾ ਕਿ ਕੈਨੇਡਾ 'ਚ ਵਿਦੇਸ਼ੀ ਵਿਦਿਆਰਥੀਆਂ ਨੂੰ ਜਿਹੜੀ ਵੀ ਸਿੱਖਿਆ ਮਿਲਦੀ ਹੈ ਉਹ ਉਸ ਨੂੰ ਦੇਸ਼ ਦੀ ਸਫਲਤਾ ਦੇ ਲਈ ਤਿਆਰ ਕਰਦੀ ਹੈ। ਪਿਛਲੇ 1 ਦਹਾਕੇ ਦੌਰਾਨ ਕਿਊਬੈਕ ਦੇ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਦੁੱਗਣੀ ਹੋਈ ਹੈ। ਦਸੰਬਰ 2022 ਤੱਕ ਕਿਊਬੈਕ ਦੀਆਂ ਯੂਨੀਵਰਸਿਟੀਆਂ ਦੇ ਵਿੱਚ 58,675 ਕੌਮਾਂਤਰੀ ਵਿਦਿਆਰਥੀ ਸੀ, ਜਿਹੜੀ ਕਿ 1 ਸਾਲ ਪਹਿਲਾਂ ਦੀ ਤੁਲਨਾ 'ਚ 10,000 ਦਾ ਵਾਧਾ ਸੀ। ਉੱਥੇ ਹੀ ਹੋਰ 19,460 ਕੌਮਾਂਤਰੀ ਵਿਦਿਆਰਥੀ ਜਨਤਕ ਜੂਨੀਅਰ ਕਾਲਜਿਸ ਅਤੇ ਨਿੱਜੀ ਕੈਰੀਅਰ ਕਾਲਜਿਸ 'ਚ ਪੜ੍ਹਦੇ ਨੇ। ਮੈਕਗਿਲ ਯੂਨੀਵਰਸਿਟੀ 'ਚ ਕਾਨੂੰਨ ਅਤੇ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਵਿਕਟਰ ਦਾ ਕਹਿਣਾ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਧਣ ਦੇ ਨਾਲ ਵੱਡੇ ਸ਼ਹਿਰਾਂ ਦੇ ਉਲਟ ਛੋਟੇ ਸ਼ਹਿਰਾਂ ਦੀ ਰਿਹਾਇਸ਼ ਤੇ ਅਸਰ ਪੈ ਸਕਦਾ ਹੈ। ਹਾਲ ਹੀ 'ਚ ਇੱਕ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਕਿਹਾ ਟੋਰਾਂਟੋ, ਵੈਨਕੂਵਰ ਜਾਂ ਮੌਂਟਰੀਅਲ ਵਰਗੇ ਸ਼ਹਿਰਾਂ 'ਚ ਕੌਮਾਂਤਰੀ ਵਿਦਿਆਰਥੀਆਂ ਨੂੰ ਦੋਸ਼ ਦੇਣਾ ਪੂਰੀ ਤਰ੍ਹਾਂ ਨਾਲ ਬੇਤੁਕਾ ਹੈ, ਜਦੋਂ ਕਿ ਉਹ ਆਬਾਦੀ ਦਾ ਇੱਕ ਛੋਟਾ ਜਿਹਾ ਹਿੱਸਾ ਨੇ ਅਤੇ ਉਹਨਾਂ ਦੇ ਕੋਲ ਲੰਬੇ ਸਮੇਂ ਦੇ ਨਿਵਾਸੀਆਂ ਨਾਲੋਂ ਪੂਰੀ ਤਰ੍ਹਾਂ ਵੱਖਰੀ ਰਿਹਾਇਸ਼ੀ ਬਾਜ਼ਾਰ ਹੈ। ਸੀਬੀਆਈ ਨੇ ਫਰਾਂਸ ਅੰਬੈਸੀ ਵਿੱਚ ਵੀਜ਼ਾ ਧੋਖਾਧੜੀ ਮਾਮਲੇ 'ਚ ਚੱਲ ਰਹੀ ਜਾਂਚ ਦੌਰਾਨ ਦੂਜੀ ਵਾਰ ਮਾਛੀਵਾੜਾ ਵਿੱਚ ਇੱਕ ਟਰੈਵਲ ਏਜੰਟ ਦੇ ਘਰ ਛਾਪੇਮਾਰੀ ਕੀਤੀ ਅਤੇ ਉਸ ਦੇ ਬੈਂਕ ਲਾਕਰ ਦੀ ਤਲਾਸ਼ੀ ਦੌਰਾਨ 35 ਲੱਖ ਰੁਪਏ ਬਰਾਮਦ ਕੀਤੇ। ਜਾਣਕਾਰੀ ਦੇ ਅਨੁਸਾਰ ਸੀਬੀਆਈ ਵੱਲੋਂ ਫਰਾਂਸ ਦੇ ਦੂਤਘਰ ਵਿੱਚ ਫਰਜ਼ੀ ਵੀਜ਼ੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤਹਿਤ ਉਹਨਾਂ ਵੱਲੋਂ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਇਸ ਫਰਜ਼ੀ ਵੀਜ਼ਾ ਦੇ ਤਾਰ ਮਾਛੀਵਾੜਾ ਦੇ ਰਹਿਣ ਵਾਲੇ ਟਰੈਵਲ ਏਜੰਟ ਬਲਵਿੰਦਰ ਸਿੰਘ ਨਾਲ ਜੁੜੇ, ਜਿਸ ਸੰਬੰਧੀ 2 ਮਹੀਨੇ ਪਹਿਲਾਂ 28 ਜੂਨ ਨੂੰ ਸੀਬੀਆਈ ਨੇ ਉਸ ਦੇ ਘਰ ਤੇ ਦਫ਼ਤਰ 'ਚ ਛਾਪੇਮਾਰੀ ਕੀਤੀ ਅਤੇ ਕੁਝ ਦਸਤਾਵੇਜ਼ ਵੀ ਕਬਜ਼ੇ 'ਚ ਲਏ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸੀਬੀਆਈ ਨੂੰ ਮਾਛੀਵਾੜਾ ਦੇ ਐਕਸਿਸ ਬੈਂਕ ਵਿੱਚ ਇੱਕ ਟਰੈਵਲ ਏਜੰਟ ਦਾ ਲਾਕਰ ਮਿਲਿਆ, ਜਿਸ ਨੂੰ ਉਸ ਸਮੇਂ ਸੀਲ ਕਰਵਾ ਦਿੱਤਾ ਗਿਆ। ਹੁਣ ਫਿਰ
ਫਿਰ ਸੀਬੀਆਈ ਦੀ ਛਾਪੇਮਾਰੀ ਬੜੇ ਗੁਪਤ ਢੰਗ ਨਾਲ ਹੋਈ ਹੈ ਅਤੇ ਇਸ ਦੇ ਅਧਿਕਾਰੀ ਪਹਿਲਾਂ ਟਰੈਵਲ ਏਜੰਟ ਦੇ ਘਰ ਪੁੱਜੇ, ਜਿਨ੍ਹਾਂ ਨੇ ਬਲਵਿੰਦਰ ਸਿੰਘ ਨੂੰ ਨਾਲ ਲੈ ਕੇ ਐਕਸਿਸ ਬੈਂਕ ਵਿੱਚ ਪੁੱਜ ਕੇ ਬੈਂਕ ਲਾਕਰ ਦੀ ਤਲਾਸ਼ੀ ਲਈ। ਸੂਤਰਾਂ ਦੇ ਅਨੁਸਾਰ ਬੈਂਕ ਲਾਕਰ 'ਚੋਂ ਮਿਲੀ ਰਾਸ਼ੀ 35 ਲੱਖ ਤੋਂ ਕਿਤੇ ਜ਼ਿਆਦਾ। ਸੀਬੀਆਈ ਟੀਮ ਵੱਲੋਂ ਟਰੈਵਲ ਏਜੰਟ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਫਰਾਂਸ ਦਾ ਜੋ ਨਵੀਂ ਦਿੱਲੀ ਵਿਖੇ ਦੂਤਘਰ ਹੈ, ਉਸ ਵਿੱਚ ਸ਼ੈਂਗਨ ਵੀਜ਼ਾ ਪੰਜਾਬ ਦੇ ਕਈ ਨੌਜਵਾਨਾਂ ਦਾ ਲਾਇਆ ਗਿਆ, ਜਿਨ੍ਹਾਂ ਤੋਂ 25 ਤੋਂ 45 ਲੱਖ ਰੁਪਏ ਪ੍ਰਤੀ ਵੀਜ਼ਾ ਵਸੂਲ ਕੀਤੇ ਗਏ। ਇਹ ਵੀਜ਼ਾ ਪਿਛਲੇ ਸਾਲ ਲਾਏ ਗਏ ਸੀ, ਜਿਸ ਵਿੱਚ ਅੰਬੈਸੀ ਦੇ ਵਿਅਕਤੀਆਂ ਤੋਂ ਇਲਾਵਾ ਟਰੈਵਲ ਏਜੰਟਾਂ ਦੀ ਸ਼ਮੂਲੀਅਤ ਸਾਹਮਣੇ ਆਈ ਅਤੇ ਹੁਣ ਸੀਬੀਆਈ ਵੱਲੋਂ ਮਾਮਲੇ ਦੀ ਤਹਿ ਤੱਕ ਜਾਣ ਦੇ ਲਈ ਬਰੀਕੀ ਨਾਲ ਜਾਂਚ ਜਾਰੀ ਹੈ। ਗੈਰ ਕਾਨੂੰਨੀ ਤਰੀਕੇ ਨਾਲ ਕੈਨੇਡਾ ਦਾਖਲ ਹੋਣ ਵਾਲਿਆਂ ਨੇ ਰੌਕਸਮ ਰੋਡ ਬੰਦ ਹੋਣ ਮਗਰੋਂ ਪਿਛਲੇ ਹਫਤੇ ਦੀ ਖਬਰ ਹੈ, ਨਵਾਂ ਰਾਹ ਲੱਭਿਆ। ਜੀ ਹਾਂ, ਓਨਟਾਰੀਓ ਤੇ ਕਿਊਬੈਕ ਦੇ ਹਵਾਈ ਅੱਡਿਆਂ ਤੇ ਪਨਾਹ ਮੰਗਣ ਵਾਲਿਆਂ ਦੇ ਮੇਲੇ ਲੱਗਣ ਲੱਗੇ ਸੀ। ਬੀਤੇ ਜੂਨ ਮਹੀਨੇ ਦੌਰਾਨ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ 4350 ਦਾਅਵਿਆਂ ਨਾਲ ਸੰਬੰਧਿਤ ਫਾਈਲਾਂ ਤਿਆਰ ਕੀਤੀਆਂ, ਜਦਕਿ 1 ਸਾਲ ਪਹਿਲਾਂ ਇਹ ਅੰਕੜਾ ਕੇਵਲ 1360 ਦਰਜ ਕੀਤਾ ਗਿਆ ਸੀ। ਦੂਜੇ ਪਾਸੇ ਰੌਕਸਮ ਰੋਡ ਬੰਦ ਹੋਣ ਤੋਂ ਪਹਿਲਾਂ ਜਨਵਰੀ ਵਿੱਚ ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਹੇ ਤਕਰੀਬਨ 5000 ਸ਼ਰਨਾਰਥੀਆਂ ਨੂੰ ਰੋਕਿਆ ਗਿਆ ਸੀ, ਪਰ ਜੂਨ ਵਿੱਚ ਇਹ ਅੰਕੜਾ ਕੇਵਲ 36 ਰਹਿ ਗਿਆ ਸੀ। ਰਿਫਿਊਜੀਜ਼ ਦੀ ਕਾਨੂੰਨੀ ਮਦਦ ਕਰਨ ਵਾਲੀ ਇੱਕ ਜਥੇਬੰਦੀ ਨੇ ਕਿਹਾ ਕਿ ਰੌਕਸਮ ਰੋਡ ਬੰਦ ਹੋਣ ਨਾਲ ਬਹੁਤਾ ਫਰਕ ਨਹੀਂ ਪਿਆ ਤੇ ਉਹਨਾਂ ਕੋਲ ਪਹਿਲਾਂ ਵਾਂਗ ਕੇਸ ਆ ਰਹੇ ਨੇ। ਯੂਨਾਈਟਿਡ ਕਿੰਗਡਮ ਭਾਰਤ ਨਾਲ ਆਪਣੇ ਮੁਕਤ ਵਪਾਰ ਸਮਝੌਤੇ ਤਹਿਤ ਪੇਸ਼ੇਵਰਾਂ ਲਈ ਕੰਮਕਾਜੀ ਵੀਜ਼ਾ ਨਿਯਮਾਂ ਨੂੰ ਸੌਖਾ ਬਣਾਉਣ ਤੇ ਵਿਚਾਰ ਕਰ ਸਕਦਾ ਹੈ। ਪਿਛਲੇ ਕੁਝ ਦਿਨ ਪਹਿਲਾਂ ਆਈ ਖਬਰ ਦੇ ਮੁਤਾਬਕ ਯੂਕੇ ਭਾਰਤੀ ਪੇਸ਼ੇਵਰਾਂ ਲਈ ਕੁਝ ਵੀਜ਼ਾ ਨਿਯਮਾਂ 'ਚ ਢਿੱਲ ਦੇਣ ਦੀ ਤਿਆਰੀ ਕਰ ਰਿਹਾ। ਭਾਰਤੀ ਅਧਿਕਾਰੀਆਂ ਨੇ ਬਲੂਮਬਰਗ ਨੂੰ ਗੱਲਬਾਤ ਵਿੱਚ ਨਿੱਜੀ ਰੱਖਣ ਦੇ ਲਈ ਕਿਹਾ ਸੀ। ਇਹ ਸਾਰੀ ਜਾਣਕਾਰੀ ਇੱਕ ਨਿੱਜੀ ਅਖਬਾਰ 'ਚੋਂ ਇਕੱਠੀ ਕੀਤੀ ਗਈ ਹੈ। ਹਾਲਾਂਕਿ ਇੱਕ ਬ੍ਰਿਟਿਸ਼ ਅਧਿਕਾਰੀ ਨੇ ਸੰਕੇਤ ਦਿੱਤਾ ਕਿ ਕਿਸੇ ਵੀ ਵੀਜ਼ਾ ਵਿੱਚ ਛੋਟ ਸੀਮਤ ਹੋਣ ਦੀ ਸੰਭਾਵਨਾ ਹੈ। ਯੂਕੇ ਵਿੱਚ ਇਮੀਗ੍ਰੇਸ਼ਨ ਇੱਕ ਸਿਆਸੀ ਤੌਰ ਤੇ ਸੰਵੇਦਨਸ਼ੀਲ ਵਿਸ਼ਾ ਹੈ। ਯੂਕੇ ਨੇ ਹੁਣ ਤੱਕ ਭਾਰਤ ਨਾਲ FTA ਦੇ ਤਹਿਤ ਆਪਣੇ ਵੀਜ਼ਾ ਤੇ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਹਿਮਤੀ ਦੇਣ ਤੋਂ ਇਨਕਾਰ ਕੀਤਾ ਹੈ। ਪਿਛਲੇ ਸਾਲ ਭਾਰਤ ਅਤੇ ਯੂਕੇ ਵਿਚਕਾਰ ਗੱਲਬਾਤ ਅਕਤੂਬਰ ਦੀ ਸਮਾਂ ਸੀਮਾ ਤੋਂ ਬਾਅਦ ਸੌਦੇ ਵਿੱਚ ਦੇਰੀ ਕਰਕੇ ਹਜ਼ਾਰਾਂ ਹੁਨਰਮੰਦ ਕਾਮਿਆਂ ਤੱਕ ਆਸਾਨ ਪਹੁੰਚ ਨੂੰ ਲੈ ਕੇ ਰੁਕਾਵਟ ਬਣ ਗਈ ਸੀ। ਪਿਛਲੇ ਦਿਨੀ ਇੱਕ ਖਬਰ ਆਈ ਸੀ ਕਿ ਵਿਦੇਸ਼ੀ ਕਾਮਿਆਂ ਨੂੰ ਕੈਨੇਡਾ ਸੱਦਣ ਦੇ ਲਈ ਫੈਡਰਲ ਸਰਕਾਰ ਵੱਲੋਂ ਇੱਕ ਨਵਾਂ ਪਾਇਲਟ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਰਾਹੀਂ ਚੰਗੇ ਟਰੈਕ ਰਿਕਾਰਡ ਵਾਲੀਆਂ ਕੰਪਨੀਆਂ ਨੂੰ ਉਹਨਾਂ ਦੀ ਮਰਜ਼ੀ ਮੁਤਾਬਕ ਨਵੇਂ ਪਰਮਿਟ ਜਾਰੀ ਕੀਤੇ ਜਾਣਗੇ। ਟਰਸਟ ਇੰਪਲੋਇਰ ਪ੍ਰੋਗਰਾਮ ਦਾ ਮਕਸਦ ਨਾ ਕੇਵਲ ਕਾਮਿਆਂ ਦੀ ਕਮੀ ਪੂਰੀ ਕਰਨਾ, ਸਗੋਂ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਸੁਰੱਖਿਅਤ ਕੰਮ ਵਾਲੀਆਂ ਥਾਵਾਂ ਤੇ ਮੁਹੱਈਆ ਕਰਵਾਉਣਾ ਵੀ ਹੈ। ਵਿਦੇਸ਼ੀ ਕਾਮਿਆਂ ਨਾਲ ਚੰਗਾ ਸਲੂਕ ਕਰਨ ਵਾਲੀਆਂ ਕੰਪਨੀਆਂ ਨੂੰ ਹੁਣ 18 ਮਹੀਨੇ ਦੀ ਬਜਾਏ 3 ਸਾਲ ਬਾਅਦ ਸਾਬਤ ਕਰਨਾ ਹੋਏਗਾ ਕਿ ਉਹਨਾਂ ਨੂੰ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਜ਼ਰੂਰਤ ਹੈ। ਦੱਖਣ ਪੱਛਮੀ ਓਨਟਾਰੀਓ ਦੇ ਰਥਵਨ ਕਸਬੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿਛਲੇ ਦਿਨੀ ਰੋਜ਼ਗਾਰ ਮੰਤਰੀ ਰੈਂਡੀ ਨੇ ਕਿਹਾ ਸੀਗਾ ਕਿ ਨਵੇਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕੰਪਨੀਆਂ ਦਾ ਡੂੰਘਾਈ ਨਾਲ ਮੁਲਾਂਕਣ ਕੀਤਾ ਜਾਏਗਾ ਤਾਂ ਕਿ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਕੈਨੇਡਾ ਆਉਣ ਮਗਰੋਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਏ। ਇਹ ਸਨ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕੁਝ ਅਪਡੇਟਸ। ਫਿਲਹਾਲ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਤੁਸੀਂ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ।